ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਸਾਨੂੰ ਸਹਿਜ ਪਾਠ ਆਪਣੀ ਜ਼ਿੰਦਗੀ ਵਿੱਚ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਅਸੀਂ ਆਰੰਭ ਕਰ ਸਕਦੇ ਹਾਂ ਅਤੇ ਫਿਰ ਭੋਗ ਕਿਸ ਤਰ੍ਹਾਂ ਪਾਉਣਾ ਹੈ, ਇਸ ਬਾਰੇ ਹੈ। ਸਹਿਜ ਪਾਠ ਕਰਨਾ ਹਰ ਇੱਕ ਸਿੱਖ ਲਈ ਬਹੁਤ ਹੀ ਜ਼ਰੂਰੀ ਹੈ। ਜੇਕਰ ਅਸੀਂ ਗੁਰਮੁਖੀ ਸ਼ੁੱਧ ਗੁਰਮੁਖੀ ਪੜ੍ਹ ਸਕਦੇ ਹਾਂ, ਸ਼ੁੱਧ ਗੁਰਬਾਣੀ ਪੜ੍ਹ ਸਕਦੇ ਹਾਂ, ਤਾਂ ਸਾਨੂੰ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਜੇਕਰ ਸਾਨੂੰ ਗੁਰਮੁਖੀ ਨਹੀਂ ਆਉਂਦੀ ਤਾਂ ਸਾਨੂੰ ਗੁਰਮੁਖੀ ਸਿੱਖ ਕੇ ਆਪਣੇ ਜੀਵਨ ਵਿੱਚ ਇੱਕ ਸਹਿਜ ਪਾਠ ਜ਼ਰੂਰ ਕਰਨਾ ਹੈ। ਸਹਿਜ ਪਾਠ ਕਿਸ ਤਰ੍ਹਾਂ ਆਰੰਭ ਕਰਨਾ ਹੈ? ਉਹ ਇਸ ਤਰ੍ਹਾਂ ਹੈ। ਸਹਿਜ ਪਾਠ ਦੇ ਆਰੰਭਤਾ ਸਮੇਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਲੈਣੀ ਹੈ, ਜੇਕਰ ਤੁਹਾਡੇ ਵਿੱਚ ਸਮਰੱਥਾ ਹੈ। ਸਹਿਜ ਪਾਠ ਆਰੰਭ ਕਰਨ ਵੇਲੇ ਪਹਿਲਾਂ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰਨਾ ਹੈ। ਜਾਪ ਕਰਨ ਤੋਂ ਉਪਰੰਤ ਫਿਰ ਅਰਦਾਸ ਕਰਨੀ ਹੈ। ਸਹਿਜ ਪਾਠ ਦੇ ਆਰੰਭਤਾ ਦੀ ਅਰਦਾਸ ਕਰਨ ਤੋਂ ਬਾਅਦ ਵਿੱਚ ਫਿਰ ਹੁਕਮਨਾਮਾ ਲੈਣਾ ਹੈ। ਹੁਕਮਨਾਮਾ ਲੈ ਕੇ ਸਤਿਗੁਰੂ ਜੀ ਦਾ ਫਿਰ ਇੱਕ ਓਂਕਾਰ ਜਪਜੀ ਸਾਹਿਬ ਜੀ ਦਾ ਪਾਠ ਇੱਕ ਓਂਕਾਰ ਤੋਂ ਲੈ ਕੇ ਪੂਰਾ ਕਰ ਲੈਣਾ ਹੈ। ਜੇਕਰ ਸਮਾਂ ਥੋੜ੍ਹਾ ਹੈ ਤਾਂ ਪਹਿਲੀਆਂ 5 ਪੌੜੀਆਂ ਜ਼ਰੂਰ ਕਰ ਲੈਣੀਆਂ ਹਨ। ਫਿਰ ਤੁਸੀਂ ਬਾਕੀ ਦਾ ਜੋ ਪਾਠ ਹੈ ਉਹ ਤੁਸੀਂ ਪੋਥੀਆਂ ਤੋਂ ਕਰਨਾ ਹੈ। ਜੇਕਰ ਤੁਹਾਡੇ ਕੋਲ 2 ਪੋਥੀਆਂ ਹਨ, ਪਹਿਲਾ ਭਾਗ ਦੂਸਰਾ ਭਾਗ, ਤਾਂ ਵੀ ਕੋਈ ਗੱਲ ਨਹੀਂ। ਜੇਕਰ ਤੁਹਾਡੇ ਕੋਲ 4 ਪੋਥੀਆਂ ਹਨ ਤਾਂ ਵੀ ਕੋਈ ਗੱਲ ਨਹੀਂ। ਜਿਸ ਤਰ੍ਹਾਂ ਜੇ 2 ਪੋਥੀਆਂ ਹਨ ਤਾਂ ਤੁਸੀਂ 2 ਪੋਥੀਆਂ ਤੋਂ ਪਹਿਲਾ ਭਾਗ ਤੋਂ ਸ਼ੁਰੂ ਕਰ ਲੈਣਾ ਹੈ। ਜਿਸ ਤਰ੍ਹਾਂ ਜੇ 5 ਪੌੜੀਆਂ ਦਾ ਜਾਪ ਕੀਤਾ, 5 ਪੌੜੀਆਂ ਤੋਂ ਗਾਂ ਜਦੋਂ ਤੁਸੀਂ ਘਰੇ ਜਾਣਾ ਹੈ, ਪੋਥੀਆਂ ਤੋਂ 6ਵੀਂ ਪੌੜੀ ਸ਼ੁਰੂ ਕਰ ਲੈਣੀ ਹੈ। ਇਸ ਤੋਂ ਗਾਂ ਫਿਰ ਤੁਸੀਂ ਪੜ੍ਹਦੇ ਜਾਣਾ। ਪਹਿਲਾ ਭਾਗ ਸਮਾਪਤ ਹੋ ਜਾਂਦਾ, ਫਿਰ ਦੂਸਰਾ ਭਾਗ ਸ਼ੁਰੂ ਕਰ ਲੈਣਾ ਹੈ। ਦੂਸਰਾ ਭਾਗ ਜਦੋਂ ਸੰਪੂਰਨ ਹੋ ਜਾਂਦਾ ਹੈ, ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਭੋਗ ਪਾਉਣਾ ਹੈ, ਭੋਗ ਫਿਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪਾਉਣਾ ਹੈ। ਭੋਗ ਦੇ ਸ਼ਲੋਕ ਜੋ ਚੱਲਦੀ ਰੀਤ ਅਨੁਸਾਰ ਹੀ ਪੜ੍ਹਨੇ ਹਨ ਅਤੇ ਭੋਗ ਪਾਉਣ ਤੋਂ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵੀ ਭੋਗ ਸਮੇਂ ਬਣਾਉਣੀ ਹੈ। ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰਨਾ ਹੈ। ਫਿਰ ਅਰਦਾਸ ਕਰਨੀ ਹੈ। ਅਰਦਾਸ ਦੇ ਮਗਰੋਂ ਫਿਰ ਅਸੀਂ ਹੁਕਮਨਾਮਾ ਲੈਣਾ ਹੈ। ਹੁਕਮਨਾਮਾ ਲੈਣ ਤੋਂ ਬਾਅਦ ਵਿੱਚ ਫਿਰ ਸਹਿਜ ਪਾਠ ਦੀ ਸਮਾਪਤੀ ਹੋ ਜਾਂਦੀ ਹੈ। ਇਹ ਸੀ ਵਿਧੀ ਸਹਿਜ ਪਾਠ ਕਰਨ ਦੀ। ਹੁਣ ਤੁਹਾਨੂੰ ਮੈਂ ਕੁਝ ਗੱਲਾਂ ਦੱਸਾਂਗਾ ਜੋ ਕਿ ਸਹਿਜ ਪਾਠ ਕਰਦੇ ਸਮੇਂ ਅਸੀਂ ਆਪਣੇ ਧਿਆਨ ਵਿੱਚ ਰੱਖਣੀਆਂ ਹਨ। ਸਹਿਜ ਪਾਠ ਕਰਨ ਵੇਲੇ ਜਿਸ ਵੀ ਕਮਰੇ ਵਿੱਚ ਪੋਥੀਆਂ ਤੋਂ ਅਸੀਂ ਸਹਿਜ ਪਾਠ ਕਰਨਾ ਹੈ, ਉਸ ਕਮਰੇ ਵਿੱਚ ਜ਼ਿਆਦਾ ਲਾਂਘਾ ਨਾ ਹੋਵੇ। ਜਿੰਨੇ ਵੀ ਜੀਅ ਉਸ ਕਮਰੇ ਵਿੱਚ ਬੈਠੇ ਹੋਣ ਸਹਿਜ ਪਾਠ ਕਰਦੇ ਸਮੇਂ, ਸਾਰੇ ਚੁੱਪ ਕਰਕੇ ਸ਼ਾਂਤ ਹੋ ਕੇ ਹੇਠਾਂ ਜ਼ਮੀਨ ਉੱਪਰ ਹੀ ਬੈਠੇ ਹੋਣ। ਜ਼ਮੀਨ ਉੱਤੇ ਇੱਕ ਵਧੀਆ ਸਾਫ਼ ਚਾਦਰ ਵਿਛਾ ਲੈਣੀ ਹੈ ਅਤੇ ਸਾਰੇ ਜੀਆਂ ਨੇ ਬੈਠ ਕੇ ਗੁਰਬਾਣੀ ਸਰਵਣ ਕਰਨੀ ਹੈ। ਜਿਸਨੇ ਵੀ ਗੁਰਬਾਣੀ ਦਾ ਜਾਪ ਕਰਨਾ ਹੈ, ਸਹਿਜ ਪਾਠ ਕਰਨਾ ਹੈ, ਉਹ ਉੱਚੀ ਆਵਾਜ਼ ਵਿੱਚ ਕਰੇ। ਉੱਚੀ ਆਵਾਜ਼ ਵਿੱਚ ਕਰਨ ਨਾਲ ਕੀ ਹੁੰਦਾ ਹੈ, ਜਿੰਨੇ ਵੀ ਘਰ ਵਿੱਚ ਜੀਅ ਹਨ ਉਹਨਾਂ ਨੂੰ ਗੁਰਬਾਣੀ ਸੁਣੇਗੀ
ਫਿਰ ਗੁਰਬਾਣੀ ਸੁਣੇਗੀ, ਨਾਲ ਦੀ ਨਾਲ ਜਿਸ ਅਸਥਾਨ ਉੱਪਰ ਗੁਰਬਾਣੀ ਪੜ੍ਹੀ ਜਾਂਦੀ ਹੈ ਉਹ ਅਸਥਾਨ ਵੀ ਪਵਿੱਤਰ ਹੋ ਜਾਂਦਾ ਹੈ। ਗੁਰਬਾਣੀ ਕਦੇ ਵਿਅਰਥ ਨਹੀਂ ਜਾਂਦੀ। ਇੱਕ ਦੂਜੇ ਨੰਬਰ 'ਤੇ ਸਾਨੂੰ ਉਨੀ ਹੀ ਜ਼ਿਆਦਾ ਗੁਰਬਾਣੀ ਦੀ ਸਮਝ ਆਵੇਗੀ। ਗੁਰਬਾਣੀ ਦੇ ਸ਼ਬਦਾਂ ਦਾ ਅਰਥ ਸਾਨੂੰ ਸਮਝ ਆਉਣਗੇ ਕਿ ਸਾਡੇ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਹਨ। ਗੁਰਬਾਣੀ ਅਸੀਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਪਾਠ ਇਸ ਤਰ੍ਹਾਂ ਕਰਨਾ ਹੈ ਕਿ ਜਿਵੇਂ ਅਸੀਂ ਗੁਰੂ ਸਾਹਿਬ ਜੀ ਨਾਲ ਗੱਲਾਂ ਕਰਦੇ ਹੋਈਏ। ਇਹ ਸਾਨੂੰ ਕੁਝ ਗੱਲਾਂ ਜੋ ਸਾਨੂੰ ਸਹਿਜ ਪਾਠ ਕਰਨ ਵੇਲੇ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਜੇਕਰ ਮੇਰੇ ਕੋਲੋਂ ਕੋਈ ਅਣਜਾਣਪੁਣੇ ਵਿੱਚ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ ਤਾਂ ਸਾਧ ਸੰਗਤ ਜੀ ਆਪ ਜੀ ਬਖਸ਼ਣਹਾਰ ਹੋ, ਬਖਸ਼ ਲਿਓ, ਅਗਾਹਾਂ ਤੋਂ ਸਮਤ ਪਾਇਓ। ਇੰਨੀਆਂ ਗੱਲਾਂ ਕਹਿੰਦਾ ਮੈਂ ਆਪ ਜੀ ਕੋਲੋਂ ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।